ਸਮੁੰਦਰ ਤੇ ਟੀਵੀ ਤੇ ਦੇਖਦੇ ਹੁੰਦੇ ਸੀ। ਅਸਲ 'ਚ ਸਮੁੰਦਰ ਨਹੀਂ ਸੀ ਦੇਖਿਆ ਤੇ ਸਮੁੰਦਰ ਨੇ ਬੜਾ ਆਕਰਸ਼ਿਤ ਕੀਤਾ ਸੀ ਕਿ ਸਮੁੰਦਰ ਦੀ ਲਾਈਫ ਕਿਸ ਤਰ੍ਹਾਂ ਹੋਵੇਗੀ, ਸਮੁੰਦਰ ਦੇ ਥੱਲੇ ਕੀ ਹੋਊਗਾ ਤੇ ਉੱਥੇ ਉਹਨੂੰ ਵੇਖਣ ਦਾ, ਉਹਨੂੰ ਮਾਣਨ ਦਾ, ਉਹਨੂੰ ਐਕਸਪੀਰੀਅੰਸ ਕਰਨ ਦਾ ਇੱਕੋ ਜ਼ਰੀਆ ਸੀ ਕਿ ਨੌਸੈਨਾ 'ਚ ਜਾਇਆ ਜਾਵੇ। ਨੌਸੈਨਾ ਜਿਹੜੀ ਫੌਜ ਆ, ਫੌਜ ਨੇ ਹਮੇਸ਼ਾ ਅਟਰੈਕਟ ਕੀਤਾ ਸਾਨੂੰ। शिप में जब आप तैनात होते हैं तो कितनी तरह से शिप चलता है और आपको उस चलते चलते शिप में वेपन भी चलाना होता है। ਤੇ ਉਹਦੇ 'ਚ ਜਦੋਂ ਵੀ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ ਇੱਕ ਸ਼ਿਪ ਨੂੰ ਕਰੀਬ 3 ਤਰ੍ਹਾਂ ਦੀਆਂ ਮੂਵਮੈਂਟਸ ਨਾਲ ਜੂਝਣਾ ਪੈਂਦਾ ਹੈ। ਉਹਨਾਂ ਦਾ ਰੋਲ ਵੱਖਰਾ, ਜਿਨ੍ਹਾਂ 'ਚ ਮਿਜ਼ਾਈਲਸ ਨੇ, ਜਿਨ੍ਹਾਂ 'ਚ ਟੋਰਪੀਡੋਜ਼ ਨੇ। समंदर का जो बॉर्डर है उस पर रक्षा करना कितना मुश्किल है? इट्स बहुत चैलेंजिंग है जी। क्योंकि ਅੱਜ ਦੀ ਜਿਹੜੀ ਟੈਕਨੋਲੋਜੀ ਦੇ ਹਿਸਾਬ ਨਾਲ, ਅੱਜ ਦੀ ਵੈਪਨਰੀ ਦੇ ਹਿਸਾਬ ਨਾਲ ਛੋਟੀਆਂ ਜਿਹੜੀਆਂ ਸਮਾਲ ਫਿਸ਼ਿੰਗ ਬੋਟਸ ਨੇ, ਉਹਦੇ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਵੈਪਨ ਲਿਆਂਦਾ ਜਾ ਸਕਦਾ। ਪਰ ਜਦੋਂ ਤੁਹਾਨੂੰ ਉਹਦੀਆਂ ਕੁਝ ਮੂਵਮੈਂਟਸ, ਕੁਝ ਉਸ ਬੋਰਡ ਦੇ ਉੱਤੇ ਕੁਝ ਮਾਰਕਸ ਜਾਂ ਕੁਝ ਉਹਨਾਂ ਲੋਕਾਂ ਦੀਆਂ ਮੂਵਮੈਂਟਸ ਜਿਹੜੀਆਂ ਨੇ, ਜਦੋਂ ਤੁਸੀਂ ਨੇੜੇ ਜਾਂਦੇ ਹੋ ਉਹ ਥੋੜ੍ਹੀਆਂ ਸ਼ੱਕੀ ਲੱਗਦੀਆਂ ਨੇ, ਫਿਰ ਤੁਸੀਂ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋ। ਐਲਟੀਟੀ ਦਾ ਜਿਹੜਾ ਬੇਸਿਕ ਕਨਸੈਪਟ ਸੀ ਨਾ ਜੀ, ਉਹ ਹਿਊਮਨ ਬੰਬਸ ਔਰ ਉਹ ਸੈਲਫ ਡਿਸਟਰਕਸ਼ਨ ਲਈ ਕਦੇ ਆਪਣੇ ਆਪ ਨੂੰ ਪਿੱਛੇ ਨਹੀਂ ਸੀ ਹਟਦੇ। ਉਹ ਜਿਹੜੀਆਂ ਕਿਉਂਕਿ ਹਾਈ ਸਪੀਡ ਬੋਟ ਸੀਗੀਆਂ, ਉਹ ਸਾਡੀਆਂ ਰਡਾਰ ਤੇ ਪਹਿਲਾਂ ਕੈਪਚਰ ਹੋ ਜਾਂਦੀਆਂ। जब वो आपने टेररिस्ट मारे तो उस बोट में से आपको क्या क्या मिला? लहरों पर हमेशा तैरता रहा हूं, हवाओं के विपरीत हमेशा चलता रहा हूं, आते रहे हैं कई तूफान इस समंदर में, लेकिन हमेशा देश की रक्षा के लिए सीना तान खड़ा रहा हूं। ऐसी ही एक मिसाल हमारे साथ मौजूद है हमारे खास प्रोग्राम जय हिंद में, जिन्होंने नौसेना में रहकर देश की सेवा की। जय हिंद बलजिंदर जी, आपने नौसेना में ही आना क्यों पसंद किया? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦਰਸ਼ਕਾਂ ਦਾ ਆਪਣੇ ਤਹਿ ਦਿਲੋਂ ਧੰਨਵਾਦੀ ਹਾਂ। ਤੁਹਾਡੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਆਪਣੀ ਨੌਸੈਨਾ ਨੂੰ ਉਸ ਪਰਸਪੈਕਟਿਵ ਤੋਂ ਜਿਹੜਾ ਪੇਸ਼ ਕਰ ਸਕਾਂ। ਸਮੁੰਦਰ ਨੇ ਹਮੇਸ਼ਾ ਮੈਨੂੰ ਬੜਾ ਰੋਮਾਂਚਿਤ ਕੀਤਾ ਸੀ। ਸਾਡੇ ਸਮੇਂ ਦੀ ਜਿਹੜੀ ਯੂਥ ਸੀ, 90ਾਂ ਦੀ ਜਿਹੜੀ ਯੂਥ ਸੀ, ਉਹ ਫੌਜ ਵੱਲੋਂ ਬੜੀ ਆਕਰਸ਼ਿਤ ਸੀ। ਮੈਂ ਕਿਉਂਕਿ ਪਟਿਆਲੇ ਦਾ ਰਹਿਣ ਵਾਲਾ, ਜਿਹੜਾ ਕਿ ਇੱਕ ਐਜੂਕੇਸ਼ਨਲ ਹੱਬ ਵੱਲ ਜੋ ਜਾਣਿਆ ਜਾਂਦਾ, ਸਾਨੂੰ ਉੱਥੇ ਫਸਟ ਆਰਮਡ ਡਿਵ ਹੈ ਜਿੱਥੇ ਫੌਜ ਦੀ ਕਾਫੀ ਨਫਰੀ ਹੈ। ਤੁਸੀਂ ਫੌਜ ਨੂੰ ਉੱਥੇ ਬਹੁਤ ਭਾਰੀ ਗਿਣਤੀ 'ਚ ਦੇਖਦੇ ਹੋ, ਫੌਜ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋ, ਤੇ ਉਹਦਾ ਹੀ ਇੱਕ ਹਿੱਸਾ ਨੌਸੈਨਾ ਜੀ। ਨੌਸੈਨਾ ਦੀ ਜਿਹੜੀ ਵਰਦੀ ਹੈ ਦੈਟ ਉਹ ਮੈਨੂੰ ਬਹੁਤ ਅਟਰੈਕਟ ਕਰਦੀ ਹੈ ਤੇ ਹੁਣ ਵੀ ਮੈਨੂੰ ਬੜੀ ਅਟਰੈਕਟ ਕਰਦੀ ਹੈ। ਮੈਂ ਜੇ ਮੈਨੂੰ ਦਿਲੋਂ ਪੁੱਛੋ ਤਾਂ ਮੈਂ ਆਪਣੀ ਨੇਵੀ ਦੀ ਜਿਹੜੀ ਯੂਨੀਫਾਰਮ ਆ, ਜਿਹੜੀ ਸਵੇਰੇ ਉੱਠ ਕੇ ਪਾਉਂਦਾ ਸੀ, ਉਹ ਮੈਂ ਅੱਜ ਵੀ ਮਿਸ ਕਰਦਾ ਜਦੋਂ ਮੈਂ ਸਿਵਲ ਯੂਨੀਫਾਰਮ ਪਾਉਂਦਾ ਦੈਨ ਮਾਈ ਨੇਵਲ ਯੂਨੀਫਾਰਮ। ਤੇ ਜਿਹੜੀ ਲਾਈਫ ਸਟਾਈਲ ਸੀ, ਜਿਹੜੀ ਨੇਵੀ ਦੀ ਲਾਈਫ ਸੀ, ਉਹ ਹਮੇਸ਼ਾ ਹੀ ਬੜੀ ਰੋਮਾਂਚਕਾਰੀ ਰਹੀ ਹੈ। ਟ੍ਰੇਨਿੰਗ ਤੋਂ ਲੈ ਕੇ ਬਾਅਦ 'ਚ ਵੀ ਜਦੋਂ ਵੱਖ-ਵੱਖ ਜਗ੍ਹਾ 'ਤੇ ਆਪਣੀਆਂ ਸੇਵਾਵਾਂ ਦਿੰਦੇ ਆ, ਅਤੇ ਮੈਨੂੰ ਬੜਾ ਰੋਮਾਂਚਿਤ ਕੀਤਾ। ਫਿਰ ਨੌਸੈਨਾ 'ਚ ਜਾਣ ਦਾ ਮੈਂ ਸਮਝਦਾ ਖੁਸ਼ਕਿਸਮਤੀ ਸੀ ਕਿ ਮੈਨੂੰ ਨੌਸੈਨਾ ਦਾ ਇੱਕ ਮੈਂਬਰ ਹੋਣ ਦਾ ਮੌਕਾ ਮਿਲਿਆ तो मैं अपनी सेवाएं निभाई। जैसे आपने बताया कि मुझे नेवी की वर्दी से बड़ा प्यार था, क्या समुंदर से भी आपको प्यार था? समुंदर से भी उन्ना ही प्यार सी। समुंदर हमेशा ही बड़ा, जो पुराने समय जो साढ़े बचपन समुंदर तो टीवी ते देखते होंगे सी, असल समुंदर नहीं सी देखा, तो समुंदर ने बड़ा आकर्षित किया सी कि समुंदर की लाइफ किस तरह होगी, समुंदर के थल्ले की होगा, तो उत्थे उन्होंने वेखण का, उन्होंने मानण का, उन्होंने एक्सपीरियंस करने का इक्को जरिया सी कि नौसैना जाया जाए। तो फिर वो मौका मिला। जैसे आपने बताया कि 90s में देशभक्ति का यूथ में बहुत ज़्यादा प्रभाव था, देशभक्ति उनके रगों रगों में चल रही थी, तो उस समय आपने सेना में
नौसेना चुनी, तो आपके घर वालों ने आपको सपोर्ट करी क्योंकि आपके पिता खेती बाड़ी से हैं। ਸਾਡਾ ਮੱਧਵਰਗੀ ਪਰਿਵਾਰ ਹੈ ਜਿਨ੍ਹਾਂ ਦਾ ਕਿਸਾਨੀ ਨਾਲ ਸੰਬੰਧਿਤ ਹੈ ਜਿਹੜਾ ਸੰਬੰਧ, ਤੇ ਨੌਸੈਨਾ ਜਿਹੜੀ ਫੌਜ ਆ, ਫੌਜ ਨੇ ਹਮੇਸ਼ਾ ਅਟਰੈਕਟ ਕੀਤਾ ਸਾਨੂੰ, ਤੇ ਫੌਜ ਨੇ ਅਟਰੈਕਟ ਕੀਤਾ। ਉਹਦੇ ਚੋਂ ਨੌਸੈਨਾ ਕਿਉਂਕਿ ਫੌਜ ਦਾ ਹੀ ਇੱਕ ਪਾਰਟ ਸੀ, ਤੇ ਇਸ ਕਰਕੇ ਮੇਰਾ ਕਿਉਂਕਿ ਰੁਝਾਨ ਵੀ ਸੀ ਨੌਸੈਨਾ ਵੱਲ, ਤੇ ਫਿਰ ਮੈਂ ਨੌਸੈਨਾ ਨੂੰ ਚੂਜ਼ ਕੀਤਾ। परिवार की तरफ से हमेशा आपको सपोर्ट रही है? हमेशा सपोर्ट रही है। आपके पिताजी ने आपको कितना ਮਾਤਾ सपोर्ट ਪਿਤਾ किया ਨੇ है? ਬਹੁਤ ਸਪੋਰਟ ਕੀਤਾ ਉਹਨਾਂ ਨੇ ਹਮੇਸ਼ਾ ਹੀ। ਉਹਨਾਂ ਨੇ ਕਿਉਂਕਿ ਆਪ ਫੌਜ ਜਿਹੜੀ ਹੈ ਨੇੜਿਓਂ ਹੋ ਕੇ ਵੇਖੀ ਸੀ, ਕਿਉਂਕਿ ਉੱਥੋਂ ਉਹਨਾਂ ਨੇ ਆਪਣੇ ਬਚਪਨ 'ਚ ਉਹ 47 ਦਾ ਟਾਈਮ ਦੇਖਿਆ, ਜੰਗਾਂ ਵੇਖੀਆਂ ਨੇ ਇਸ ਖਿੱਤੇ ਦੇ ਹੋਣ ਕਰਕੇ, ਤੇ ਉਹਨਾਂ ਨੇ ਇਸ ਵੱਲ ਕਦੇ ਵੀ ਉਹਨਾਂ ਨੂੰ ਜਿਹੜਾ ਉਹ ਰੋੜਾ ਨਹੀਂ, ਉਹਨਾਂ ਸਗੋਂ ਮਾਣ ਮਹਿਸੂਸ ਕੀਤਾ ਕਿ ਅਸੀਂ ਜਿਹੜਾ ਫੌਜ 'ਚ ਜਾਈਏ ਤੇ ਆਪਣੇ ਦੇਸ਼ ਲਈ, ਆਪਣੇ ਖਿੱਤੇ ਲਈ, ਆਪਣੇ ਪਰਿਵਾਰ ਲਈ ਜਿਹੜਾ ਉਹ ਉਹਨਾਂ ਦਾ ਨਾਂ ਰੋਸ਼ਨ ਕਰੀਏ। पहली बार आप कब समंदर में गए देश की रक्षा के लिए? ਪਹਿਲੀ ਵਾਰ ਜਿਹੜੇ ਸ਼ਿਪ ਦੇ ਵਿੱਚ ਸਾਡੀ ਐਕਚੁਅਲੀ ਟ੍ਰੇਨਿੰਗ ਜਦੋਂ ਨੇਵਲ ਅਕੈਡਮੀ 'ਚ ਟ੍ਰੇਨਿੰਗ ਹੁੰਦੀ ਹੈ, ਉਦੋਂ ਵੀ ਸਾਨੂੰ ਐਕਸਪੋਜ਼ਰ ਸ਼ਿਪਸ ਦਾ ਦਿੱਤਾ ਜਾਂਦਾ। ਉਸ ਤੋਂ ਬਾਅਦ ਸਾਡੀ ਸ਼ਿਪ ਟ੍ਰੇਨਿੰਗ ਵੀ ਹੁੰਦੀ ਹੈ, ਉਦੋਂ ਵੀ ਸਾਨੂੰ ਐਕਸਪੋਜ਼ਰ ਨੇਵਲ ਸ਼ਿਪਸ ਦਾ ਦਿੱਤਾ ਜਾਂਦਾ। ਫਿਰ ਜਦੋਂ ਤੁਹਾਡੀ ਟ੍ਰੇਨਿੰਗ ਕੰਪਲੀਟ ਹੋ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਤੁਹਾਡੀਆਂ ਆਪਰੇਸ਼ਨਲ ਅਸਾਈਨਮੈਂਟਸ ਹੋ ਜਾਂਦੀਆਂ ਸ਼ੁਰੂ, ਤੇ ਫਿਰ ਗੈਟ ਔਨ ਵਿਦ ਯੂਅਰ ਜੌਬ ਐਜ਼ ਐਂਡ ਵੈਨ ਯੂ ਆਰ ਅਸਾਈਨਡ ਵਿਦ। ਉਹ ਜਦੋਂ ਸ਼ਿਪ 'ਚ ਅਪਾਇੰਟਮੈਂਟ ਹੁੰਦੀ ਹੈ, ਉਦੋਂ ਤੁਹਾਨੂੰ, ਮੈਨੂੰ ਯਾਦ ਹੈ ਜਿਹੜਾ ਪਹਿਲਾ ਸ਼ਿਪ ਛੋਟਾ ਸ਼ਿਪ ਸੀਗਾ ਉਹ ਸੀ ਖੁਖਰੀ, ਔਰ ਉਹ ਵੀ ਬੰਬੇ 'ਚ ਸਪੈਸ਼ਲੀ ਡੂਰਿੰਗ ਮੌਨਸੂਨਸ ਸ਼ਿਪ ਬੜਾ ਜਿਹੜਾ ਸੀ ਹੈ ਬੜਾ ਰਫ ਹੁੰਦਾ, ਤੇ ਉਹਨੂੰ ਫੇਸ ਕਰਨਾ ਉਸ ਟਾਈਮ ਤੇ ਸੀ ਦੀਆਂ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ, ਜਿੱਥੇ ਕਿ ਤੁਸੀਂ ਸਮੁੰਦਰ ਦੇ ਜਿਹੜੇ ਆ ਉਹ ਐਕਸਪੀਰੀਅੰਸ ਦੇ ਖੇਸ ਤਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰਨਾ ਹੀ ਹੁੰਦਾ, ਤੁਹਾਨੂੰ ਆਪਣੀ ਐਫੀਸ਼ੀਐਂਸੀ ਜਿਹੜੀ ਆ ਉਹ ਪੀਕ ਲੈਵਲ ਤੇ ਰੱਖਣੀ ਪੈਂਦੀ ਹੈ। ਪਲੱਸ ਤੁਸੀਂ ਤੁਹਾਡੀ ਵੈਪਨਰੀ ਯੂਜ਼ ਕਰਨੀ ਹੈ, ਤੁਸੀਂ ਪਹਿਲਾਂ ਸੈਂਸਰ ਯੂਜ਼ ਕਰਨੇ ਆ, ਫਿਰ ਵੈਪਨ ਯੂਜ਼ ਕਰਨੇ ਆ। ਪਰ ਜਿਹੜਾ ਤੁਹਾਡਾ ਵੀ ਰੋਲ ਜਿਹੜਾ ਵੀ ਅਸਾਈਨ ਕੀਤਾ ਹੋਇਆ, ਤੁਸੀਂ ਉਸ ਰੋਲ 'ਚ ਉਹਨੂੰ ਨਿਭਾਉਣਾ ਹੈ, ਤਾਂ ਉਹ ਬੜਾ ਚੈਲੰਜਿੰਗ ਹੁੰਦਾ। ਖੁਖਰੀ ਸ਼ਿਪ ਜਿਹੜਾ ਸੀ ਉਹ ਬੜਾ ਚੈਲੰਜਿੰਗ ਸ਼ਿਪ ਸੀਗਾ, ਛੋਟਾ ਕੰਪੈਕਟ ਸ਼ਿਪਸ ਵਿਦ ਲੋਟ ਆਫ ਆਰਮਾਮੈਂਟ, ਜਿਹਦੇ 'ਚ ਜਿਹੜੀਆਂ SSMs ਵੀ ਸੀਗੀਆਂ, ਜਿਹਦੇ 'ਚ ਸਾਡੇ ਕੋਲ ਬਾਕੀ छोटे वेपन्स भी सीखिए, तो इट वॉज वेरी चैलेंजिंग स्मॉल शिप पैक्ड विद वेपन्स। शिप में जब आप तैनात होते हैं तो कितनी तरह से शिप चलता है और आपको उस चलते चलते शिप में वेपन भी चलाना होता है? ਜਦੋਂ ਵੀ ਸ਼ਿਪ ਚੱਲਦਾ ਨਹੀਂ, ਜੋ ਸੀ ਸਟੇਟ ਦੇ ਵਿੱਚ, ਇੱਕ ਤਾਂ ਸੀ ਸਟੇਟ ਦੇ ਉੱਤੇ ਡਿਪੈਂਡ ਕਰਦਾ ਕਿ ਸੀ ਸਟੇਟ ਕਿੰਨੀ ਰਫ ਆ। ਗਲਾਸੀ ਸੀ ਸਟੇਟ ਤੋਂ ਲੈ ਕੇ ਜਿਹੜੀ ਆ ਸਟ੍ਰੋਮੀ ਸੀ ਸਟੇਟ ਤੱਕ ਹੁੰਦੀਆਂ ਨੇ, ਤੇ ਉਹਦੇ 'ਚ ਜਦੋਂ ਵੀ ਸਮੁੰਦਰ ਦੀਆਂ ਲਹਿਰਾਂ ਦੇ ਉੱਤੇ ਇੱਕ ਸ਼ਿਪ ਨੂੰ ਕਰੀਬ 3 ਤਰ੍ਹਾਂ ਦੀਆਂ ਮੂਵਮੈਂਟਸ ਨਾਲ ਜੂਝਣਾ ਪੈਂਦਾ ਹੈ। ਇੱਕ ਰੋਲਿੰਗ ਕਿ ਸ਼ਿਪ ਜਿਹੜਾ ਉਹ ਰੋਲ ਕਰ ਰਿਹਾ, ਇੱਕ ਪਿਚਿੰਗ ਕਿ ਸ਼ਿਪ ਅਪ ਐਂਡ ਡਾਊਨ ਹੋ ਰਿਹਾ, ਇੱਕ ਯੋਇੰਗ ਹੁੰਦੀ ਹੈ ਜਿਹੜੀ ਇਹ ਕੰਬੀਨੇਸ਼ਨ ਦੋਹਾਂ ਦਾ ਹੁੰਦਾ। ਸੋ ਉਹਦੇ ਵਿੱਚ ਤੁਹਾਡੀ ਇਹ ਸ਼ਿਪ ਵੀ ਮੂਵ ਹੋ ਰਿਹਾ, ਮਤਲਬ ਪੂਰਾ ਸਟਰਕਚਰ ਮੂਵ ਹੋ ਰਿਹਾ, ਉਹਦੇ ਨਾਲ ਤੁਹਾਡੀ ਬਾਡੀ ਮੂਵ ਹੋ ਰਹੀ ਹੈ, ਉਹਦੇ ਨਾਲ ਤੁਹਾਨੂੰ ਜਿਹੜੀ ਆਪਣੀ ਐਫੀਸ਼ੀਐਂਸੀ ਮੇਨਟੇਨ ਕਰਕੇ ਤੇ ਸੈਂਸਰਸ ਤੇ ਜਿਹੜੇ ਵੈਪਨ ਨੇ ਉਹਨਾਂ ਨੂੰ ਯੂਜ਼ ਕਰਨਾ, ਇਟ ਇਜ਼ ਵੈਰੀ ਚੈਲੰजिंग। आपका अहम रोल क्या रहता था? आप क्या उस समय जब नौसेना में गए तो आपकी ड्यूटी क्या होती थी? किस तरह की ड्यूटी करते थे? पेट्रोलिंग थी आपकी मेन ड्यूटी? ਇਹ ਡਿਪੈਂਡ ਕਰਦਾ ਜੀ ਕਿਹੜੇ ਸ਼ਿਪ ਤੇ ਤੁਸੀਂ ਪੋਸਟਡ ਹੈਗੇ ਹੋ। ਕੁਝ ਸ਼ਿਪਸ ਨੇ ਜਿਹੜੇ, ਜਿੱਦਾਂ ਮੈਂ ਇਹ ਸ਼ਿਪਸ ਦੀ ਗੱਲ ਕਰ ਰਿਹਾ, ਉਹ ਲੜਾਈ ਜਿਹਦੇ 'ਚ ਵੈਪਨਸ ਨੇ, ਪੂਰੇ ਆਰਮਾਮੈਂਟਸ ਨੇ, ਉਹਨਾਂ ਦਾ ਰੋਲ ਵੱਖਰਾ ਹੈ। ਜਿਨ੍ਹਾਂ 'ਚ ਮਿਜ਼ਾਈਲਸ ਨੇ, ਜਿਨ੍ਹਾਂ 'ਚ ਟੋਰਪੀਡੋਜ਼ ਨੇ, ਉਹਨਾਂ ਦਾ ਰੋਲ ਵੱਖਰਾ ਹੈ। ਕੁਝ ਸ਼ਿਪਸ ਨੇ ਜਿਹੜੇ ਸਮਾਲ ਸ਼ਿਪਸ, ਜਿਨ੍ਹਾਂ ਦਾ ਰੋਲ ਹੈ ਸੀਵਰ ਡਿਫੈਂਸ, ਜਿਹੜੇ ਆ ਹਾਰਬਰ ਡਿਫੈਂਸ ਲਈ ਯੂਜ਼ ਹੁੰਦੇ ਆ। ਉਹ ਸ਼ਿਪਸ ਦਾ ਰੋਲ ਹੈ ਪੈਟਰੋਲਿੰਗ ਇਨ ਅਰਾਊਂਡ ਔਰ ਇਨ ਈਅਰ ਮਾਰਕਡ ਏਰੀਆ। ਉਹਨਾਂ ਨੂੰ ਕੁਝ ਏਰੀਆ ਦਿੱਤਾ ਜਾਂਦਾ ਜਿਹਦੇ 'ਚ ਉਹ ਜਾ ਕੇ ਪੈਟਰੋਲਿੰਗ ਕਰਦੇ ਆ, ਤੇ ਉਹ ਆਪਣਾ ਜਿਹੜਾ ਬੇਸਿਕਲੀ ਜਿਹੜੇ ਆ ਅਨਵਾਂਟਡ ਜਾਂ ਜਿਹੜੇ ਐਨੀਮੀਜ਼ ਜਿਹੜੇ ਆ ਉਹ ਸਾਡੇ टेरिटोरियल वाटर ਦੇ ਵਿੱਚ इंट्रूड ना ਕਰਨ, ਉਹਨਾਂ ਨੂੰ ਰੋਕਣ ਲਈ ਉਹ ਯੂਜ਼ ਹੁੰਦਾ। समंदर का जो बॉर्डर है उस पर रक्षा करना कितना मुश्किल है? ਇਟਸ ਬਹੁਤ ਚੈਲੰਜਿੰਗ ਹੈ ਜੀ। ਉੱਥੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਉਹ 'ਚ ਪਹਿਲਾਂ ਤਾਂ ਤੁਹਾਨੂੰ ਇਹ ਆਇਡੈਂਟੀਫਾਈ ਕਰਨਾ ਹੁੰਦਾ ਕਿ ਤੁਹਾਡਾ ਦੁਸ਼ਮਣ ਕੌਣ ਹੈ। ਉਹ ਦੋਸਤਾਂ ਦੇ ਵਿੱਚੋਂ ਤੁਹਾਨੂੰ ਦੁਸ਼ਮਣ ਆਪਣਾ ਆਇਡੈਂਟੀਫਾਈ ਕਰਨਾ ਹੁੰਦਾ, ਕਿਉਂਕਿ
ਅੱਜ ਦੀ ਜਿਹੜੀ ਟੈਕਨੋਲੋਜੀ ਦੇ ਹਿਸਾਬ ਨਾਲ, ਅੱਜ ਦੀ ਵੈਪਨਰੀ ਦੇ ਹਿਸਾਬ ਨਾਲ ਛੋਟੀਆਂ ਜਿਹੜੀਆਂ ਸਮਾਲ ਫਿਸ਼ਿੰਗ ਬੋਟਸ ਨੇ ਉਹਦੇ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਵੈਪਨ ਲਿਆਂਦਾ ਜਾ ਸਕਦਾ। ਹੁਣ ਉਹ ਫਿਸ਼ਿੰਗ ਬੋਟਸ ਜਿਹੜੀਆਂ ਨੇ ਉਹ ਜਿਹੜੀਆਂ ਸਾਡੇ ਹਾਰਬਰ ਨੇ ਜਿੱਥੋਂ ਫਿਸ਼ਿੰਗ ਬੋਟਸ ਓਰੀਜੀਨੇਟ ਹੁੰਦੀਆਂ ਨੇ ਉਹਨਾਂ ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰ ਨਿਕਲਦੀਆਂ ਨੇ। ਹੁਣ ਉਹਨਾਂ ਦੇ ਵਿੱਚੋਂ ਕੋਈ ਇੱਕ ਬੋਟ ਜਾਂ ਕੋਈ ਦੋ ਬੋਟਸ ਜਿਹੜੀਆਂ ਨੇ ਉਹ ਐਨੀਮੀਜ਼ ਦੀਆਂ ਨੇ, ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਕੈਪਚਰ ਕਰਨਾ ਸਮੁੰਦਰ ਤੇ ਕੋਈ ਤਾਰ ਤਾਂ ਲੱਗੀ ਨਹੀਂ ਹੁੰਦੀ, ਕੋਈ ਤਾਰ ਨਹੀਂ ਲੱਗੀ ਹੁੰਦੀ। ਸਮੁੰਦਰ ਦੇ ਵਿੱਚ ਵੀ ਉਹਨਾਂ ਨੇ ਤੁਸੀਂ ਕਿਸੇ ਵੀ ਐਨਮੀ ਨੂੰ ਨਹੀਂ ਕਹਿ ਸਕਦੇ ਕਿ ਸਾਡਾ ਨੈਸ਼ਨਲ ਫਲੈਗ ਉੱਥੇ ਅਗਰ ਉਹਨੇ ਹੋਸਟ ਕੀਤਾ ਹੋਇਆ ਤੇ ਪਹਿਲੀ ਜਿਹੜੀ ਹੈ ਤੁਹਾਡੀ ਸੋਚ ਤਾਂ ਇਹੀ ਕਹੂਗੀ ਕਿ ਇਹ ਸਾਡਾ ਇੰਡੀਅਨ ਫਿਸ਼ਿੰਗ ਬੋਟ ਹੀ ਹੈ। ਪਰ ਜਦੋਂ ਤੁਹਾਨੂੰ ਉਹਦੀਆਂ ਕੁਝ ਮੂਵਮੈਂਟਸ, ਕੁਝ ਉਸ ਬੋਟ ਦੇ ਉੱਤੇ ਕੁਝ ਮਾਰਕਸ ਜਾਂ ਕੁਝ ਉਹਨਾਂ ਲੋਕਾਂ ਦੀਆਂ ਮੂਵਮੈਂਟਸ ਜਿਹੜੀਆਂ ਨੇ ਜਦੋਂ ਤੁਸੀਂ ਨੇੜੇ ਜਾਂਦੇ ਹੋ ਉਹ ਥੋੜ੍ਹੀ ਸ਼ੱਕੀ ਲੱਗਦੀਆਂ ਨੇ, ਫਿਰ ਤੁਸੀਂ ਉਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋ ਤੇ ਜੇ ਉਹ ਜਿਹੜੀਆਂ ਹੈਗੀਆਂ ਉਹ ਇੰਟਰੂਡਰਸ ਜਾਂ ਐਨਮੀ बोट्स पाई जाती हैं तो फिर उनके खिलाफ जो बनता एक्शन लेंगे। जो भारत की तरफ से फिशिंग बोट्स आती हैं उन पे भी गवर्नमेंट कोई उनका फ्यूल रखती है कि इतने फ्यूल दो ताकि वो ज़्यादा आगे ना जा सके। ਤੁਸੀਂ ਜਿਹੜੀਆਂ ਫਿਸ਼ਿੰਗ ਬੋਟਸ ਜਿਹੜੀਆਂ ਜਾਂਦੀਆਂ ਨੇ ਉਹਨਾਂ ਨੂੰ ਉੱਥੋਂ ਪਹਿਲਾਂ ਉਹਨਾਂ ਨੂੰ ਇਹ ਵਾਰਨ ਕੀਤਾ ਹੁੰਦਾ ਹੈ ਕਿ ਆਹ ਤੁਹਾਡਾ ਏਰੀਆ ਆਫ ਫਿਸ਼ਿੰਗ ਹੈ, ਉਹ ਉਹਨਾਂ ਨੇ ਉੱਥੇ ਹੀ ਆਪਰੇਟ ਕਰਨਾ ਹੁੰਦਾ ਤੇ ਜਿਹੜੀਆਂ ਸਪੈਸ਼ਲੀ ਜਿੱਦਾਂ ਪਾਕ ਬੇ ਦੇ ਵਿੱਚ ਐਲਟੀਟੀ ਦੇ ਖਿਲਾਫ ਜਦੋਂ ਪੈਟਰੋਲਿੰਗ ਕਰਦੇ ਹੁੰਦੇ ਸੀ ਉਦੋਂ ਜਿਹੜੀਆਂ ਸਾਡੀਆਂ ਬੋਟਸ ਜਿਹੜੀਆਂ ਓਰੀਜਿਨੇਟ ਹੁੰਦੀਆਂ ਸੀ ਵੱਖ-ਵੱਖ ਜਿਹੜੀਆਂ ਪੋਰਟਸ ਦੇ ਉੱਤੋਂ ਜਾਂ ਵੱਖ-ਵੱਖ ਹਾਰਬਰ ਦੇ ਉੱਤੋਂ, ਤਾਂ ਉਹਨਾਂ ਨੂੰ ਉਹਨਾਂ ਤੇ ਪਾਬੰਦੀ ਸੀ ਕਿ ਉਹ ਇੰਨਾ ਹੀ ਫਿਊਲ 50 ਲੀਟਰ ਫਿਊਲ ਹੀ ਲੈ ਕੇ ਜਾਣਗੇ ਤਾਂ ਕਿ ਉਹ ਆਈਬੀਐਲ ਕ੍ਰਾਸ ਨਾ ਕਰਨ, ਉਹ ਤਾਂ ਕਿ ਉਹ ਆਪਣੇ ਹੀ ਜਿਹੜੇ ਹੈਗੀ ਆ ਟੈਰੀਟੋਰੀਅਲ ਵਾਟਰ ਦੇ ਵਿੱਚ ਉਹ ਰਹਿ ਕੇ ਉੱਥੇ ਆਪਣੀ ਫਿਸ਼ਿੰਗ ਕਰਨ ਤੇ ਉੱਥੋਂ ਵਾਪਸ ਆ ਜਾਣ। LTTE आपके समय पे बहुत एक्टिव थी, प्रभाकरन जो उसका चीफ था वो बहुत ज़्यादा एक्टिव था उस समय, तो उस समय कितनी कठिनाई थी उनको रोकने में आपको? LTT ਦਾ ਜਿਹੜਾ ਬੇਸਿਕ ਕਨਸੈਪਟ ਸੀ ਨਾ ਜੀ ਉਹ ਹਿਊਮਨ ਬੰਬਸ ਔਰ ਉਹ ਸੈਲਫ ਡਿਸਟਰਕਸ਼ਨ ਲਈ ਕਦੇ ਆਪਣੇ ਆਪ ਨੂੰ ਪਿੱਛੇ ਨਹੀਂ ਸੀ ਹਟਦੇ। ਅਸੀਂ ਪਾਕ ਵਿੱਚ ਜਦੋਂ ਪੈਟਰੋਲਿੰਗ ਕਰਦੇ ਸੀ ਉਦੋਂ LTT ਬਿਕੋਜ਼ ਸਮੁੰਦਰ ਦਾ ਰਾਹ ਵੀ ਜਿਹੜਾ ਸ਼੍ਰੀਲੰਕਾ ਤੋਂ ਇੰਡੀਆ ਦੇ ਵਿੱਚ ਕੋਈ ਜ਼ਿਆਦਾ ਨਹੀਂ, ਕੁਝ ਜਗ੍ਹਾ ਤੇ ਤਾਂ ਬਹੁਤ ਹੀ ਨੇੜੇ ਆ ਉਹਦੇ ਵਿੱਚ ਜਿਹੜੀਆਂ ਔਰ ਉਹ ਕਿਉਂਕਿ ਨਾ ਤਾਂ ਉਹਨਾਂ ਦੀ ਦਿੱਖ ਸਾਡੇ ਤੋਂ ਵੱਖਰੀ ਹੈ ਤੇ ਨਾ ਹੀ ਇਸ ਕਰਕੇ ਉਹਨਾਂ ਨੂੰ ਦੂਰੋਂ ਪਛਾਣਨਾ ਬੜਾ ਮੁਸ਼ਕਲ ਹੈ, ਪਰ ਉਹਨਾਂ ਦੀਆਂ ਬੋਟਸ, ਉਹਨਾਂ ਦੀਆਂ ਮੂਵਮੈਂਟਸ, ਉਹਨਾਂ ਨੂੰ ਜ਼ਰੂਰ ਤੁਸੀਂ ਜਿਹੜੀਆਂ ਹੈਗੀਆਂ ਉਹਨਾਂ ਦੀ ਵੈਪਨਰੀ ਨੂੰ ਤੁਹਾਨੂੰ ਜਾਣਕਾਰੀ ਹੁੰਦੀ ਆ ਤੇ ਉਹਨੂੰ ਪਛਾਣ ਕਰਕੇ ਉਹਨਾਂ ਦੇ ਖਿਲਾਫ ਤੁਸੀਂ ਐਕਸ਼ਨ ਲੈ ਸਕਦੇ ਸੀ। ਬੜਾ ਚੈਲੰਜਿੰਗ ਰੋਲ ਹੁੰਦਾ ਸੀ ਉਹ, ਅਸੀਂ ਆਪ ਜਿਹੜਾ ਉਹਨੂੰ ਨਿਭਾਇਆ ਤੇ इट वाज वेरी चैलेंजिंग। जब वो एंटर करते थे तो ज़्यादातर वो समुंदर के रास्ते ही आते थे उस समय, तो आपने कभी उन बोट को कभी सामना किया आपने उस बोट का? हाँ जी, ਅਸੀਂ ਬੋਟਸ ਜਿਹੜੀਆਂ ਸਾਡੇ ਵਾਲੇ ਜਿਹੜੀਆਂ ਸੀਗੇ ਪਾਸੇ ਘੱਟ ਆਉਂਦੀਆਂ ਸੀਗੀਆਂ ਜਦੋਂ ਸਪੈਸ਼ਲੀ ਜਦੋਂ ਨੇਵਲ ਸ਼ਿਪਸ ਦੀ ਪ੍ਰੈਜ਼ੈਂਸ, ਉਹਨਾਂ ਨੂੰ ਵੀ ਪਤਾ ਹੁੰਦਾ ਸੀ ਵੀ ਇੱਥੇ ਨੇਵਲ ਸ਼ਿਪਸ ਪ੍ਰੈਜ਼ੈਂਟ ਹੈਗੇ ਆ ਉਸ ਪਾਣੀ ਦੇ ਵਿੱਚ, ਬਟ ਕਿਉਂਕਿ ਉਹਨਾਂ ਦੀਆਂ ਬੋਟਸ ਜਿਹੜੀ ਸੀ ਬੜੀਆਂ ਹਾਈ ਸਪੀਡਸ ਬੋਟ ਹੁੰਦੀਆਂ ਸੀ। ਨੋਰਮਲ ਸਾਡੇ ਜਿਹੜੇ ਇੰਜਨਸ ਹੈਗੇ ਉਹ ਆਈ ਰਿਮੈਂਬਰ 2000 ਦੇ ਕਰੀਬ ਅਸੀਂ ਇੱਕ ਬੋਟ ਕੈਪਚਰ ਕੀਤੀ ਸੀ, ਉਹਦੇ 'ਚ ਉਹਨਾਂ ਦੇ ਜਿਹੜੇ ਲੜਾਕੂ ਸੀ ਉਹ ਮਾਰੇ ਵੀ ਗਏ ਸੀ। ਤੇ क्या हुआ था उस समय जब वो बोट आपके सामने आई थी और आपने पेट्रोलिंग के दौरान? ਐਕਚੁਅਲੀ ਉਹ ਬੋਟ ਜਿਹੜੀ ਹੁੰਦੀ ਹੈ ਵੈਰੀ ਹਾਈ ਸਪੀਡ ਬੋਟ ਹੁੰਦੀ ਹੈ। ਪਹਿਲਾਂ ਜਿਹੜੀ ਉਹ ਰਡਾਰ ਤੇ ਅਸੀਂ ਆਇਡੈਂਟੀਫਾਈ ਕੀਤੀ ਕਿਉਂਕਿ ਉਹ ਸਾਡੇ ਨੋਰਮਲ ਫਿਸ਼ਿੰਗ ਬੋਟਸ ਹੈ ਜਾਂ ਨੋਰਮਲ ਪੈਟਰੋਲਿੰਗ ਬੋਟਸ ਨੇ ਉਹ ਉਨੀਆਂ ਹਾਈ ਸਪੀਡ ਬੋਟ ਨਹੀਂ ਹੁੰਦੀਆਂ। ਉਹਦੇ 'ਚ 200 HP ਦੇ 3 ਇੰਜਨ ਲੱਗੇ ਹੋਏ ਸੀ ਜੀ। ਉਹ ਜਦੋਂ ਫਾਇਰਿੰਗ ਦੇ ਵਿੱਚ ਉਹਨਾਂ ਦਾ ਇੱਕ ਇੰਜਨ ਜਿਹੜਾ ਡਿਸਟਰੋਏ ਹੋ ਗਿਆ, ਫਿਰ ਉਹ ਲੋਸਟ ਇਟਸ ਕੰਟਰੋਲ, ਫਿਰ ਉਹਦੇ 'ਚੋਂ ਬੰਦੇ ਮਾਰੇ ਗਏ, ਫਿਰ ਉਹ ਬੋਟ ਗਾਟ ਅ ਡਰਿਫਟ ਸਾਡੇ, ਫਿਰ ਉਹਨੂੰ ਬਾਅਦ 'ਚ ਅਸੀਂ ਕੈਪਚਰ ਵੀ ਕੀਤਾ। ਤੇ ਉਹ ਜਿਹੜੀਆਂ ਕਿਉਂਕਿ ਹਾਈ ਸਪੀਡ ਬੋਟ ਸੀਗੀਆਂ ਉਹ ਸਾਡੀਆਂ ਰਡਾਰ ਤੇ ਪਹਿਲਾਂ ਕੈਪਚਰ ਹੋ ਜਾਂਦੀਆਂ, ਉਹ ਆਬਜੈਕਟ ਆਇਡੈਂਟੀਫਾਈ ਹੋ ਜਾਂਦਾ ਕਿ ਬੜਾ ਹਾਈ ਸਪੀਡ ਆਬਜੈਕਟ ਹੈ ਜਿਹੜਾ ਕਿ ਨਾਰਮਲ ਪੈਟਰੋਲਿੰਗ ਬੋਟ ਨਹੀਂ ਹੋ ਸਕਦਾ ਜੀ। ਉਹਨੂੰ ਫਿਰ ਅਸੀਂ ਆਇਡੈਂਟੀਫਾਈ ਕਰਕੇ ਫਿਰ ਉਹਨੂੰ ਜਿਹੜਾ ਉਹਦੇ ਨਾਲ इंगेज किया उन्होंने तो वी कैप्चर देम। जब वो आपने टेररिस्ट मारे तो उस बोट में से आपको क्या क्या मिला? ਉਹਨਾਂ ਦੀਆਂ ਬੜੀਆਂ ਵੈਲ ਇਕਵਿਪਡ ਬੋਟਸ ਹੁੰਦੀਆਂ ਸੀ ਉਹਦੇ 'ਚ ਜਿਹੜੀਆਂ LMG HMG ਅਸੀਂ ਪਹਿਲੀ ਵਾਰ ਵੇਖੀ ਸੀ ਕਿਸੇ ਉਹਦੇ 'ਚ, ਉਹਦੇ ਸ਼ੈਲਸ ਅਸੀਂ ਪਹਿਲੀ ਵਾਰ ਵੇਖੇ ਸੀ, ਉਹਦੇ 'ਚ GPS ਸੀ, ਉਹਦੇ 'ਚ ਬਾਕੀ ਉਹਨਾਂ ਦਾ ਰਾਸ਼ਨ ਸੀ ਜਿਹੜਾ और बढ़िया हाई स्पीड बोट सी। पूरी तैयारी से आए थे वो? हाँ, वो पूरी तैयारी से। तो ये जैसे आपने बताया कि ह्यूमन बम होते थे ये, तो ये अगर आप इनके करीब जाते थे तो ये खुद को मार कर आपको मतलब आप पे भी अटैक करते थे? हाँ जी, ਉਹਨਾਂ ਦਾ ਬੇਸਿਕਲੀ ਆਪਰੇਸ਼ਨ ਇਹ ਹੁੰਦਾ ਸੀ ਕਿ ਕਿਸੇ ਸ਼ਿਪ ਨੂੰ ਇੰਨਾ ਇਨਕੈਪੈਸਿਟੇਟ ਕਰ ਦਿਓ ਉਹ ਆ ਕੇ ਸ਼ਿਪ ਦੀ ਜਿਹੜੀ ਸਟਰਨ ਹੁੰਦੀ ਹੈ, ਪਿੱਛੇ ਵਾਲਾ ਪਾਸਾ ਹੁੰਦਾ ਜਿੱਥੋਂ ਰਡਰ ਹੁੰਦੀ ਹੈ, ਜਿੱਥੋਂ ਪ੍ਰੋਪੈਲਰ ਹੁੰਦੇ ਆ, ਉਹ ਆਪਣੀ ਬੋਟ ਉੱਥੇ ਲਿਆ ਕੇ ਉਹਨੂੰ ਉਹਦੇ ਨਾਲ
ਕੋਲਾਈਡ ਕਰਕੇ ਔਰ ਉਹਨੂੰ ਉਡਾ ਦਿੰਦੇ ਸੀ। ਹੁਣ ਜਦੋਂ ਕਿਸੇ ਸ਼ਿਪ ਦਾ ਰਡਰ ਹੀ ਜਿਹੜਾ ਉਹਦੇ ਵਿੱਚ ਕਰੈਕ ਆ ਜਾਏ ਜਾਂ ਟੁੱਟ ਜਾਏ ਜਾਂ ਪ੍ਰੋਪੈਲਰ ਇਨਕੈਪੈਸਿਟੇਟ ਕਰ ਦਿੱਤਾ ਜਾਵੇ, ਫਿਰ ਉਹ ਸ਼ਿਪ ਜਿਹੜਾ ਇਟਸ ਅ ਸਿਟਿੰਗ ਡਕ, ਫਿਰ ਉਹਦੇ ਤੇ ਕਿਸੇ ਦੂਜੇ ਨੂੰ ਜਾਂ ਬਾਏ 에ਅਰ ਜਾਂ ਉਹ ਦੂਜੀਆਂ ਬੋਟਸ ਲਿਆ ਕੇ ਉਹਨਾਂ ਨੂੰ ਹਮਲਾ ਕਰਨਾ ਬੜਾ ਸੌਖਾ ਹੋ ਜਾਂਦਾ। ये गोरीला वार की तरह चलते थे। ਇਹ ਗੋਰੀਲਾ ਜੋ ਉਹਨਾਂ ਨੇ ਲੈਂਡ ਤੇ ਕਰਦੇ ਸੀ ਉਹ ਗੋਰੀਲਾ ਵਾਰਫੇਅਰ ਕਰਦੇ ਸੀ, ਜੋ ਸੀ ਤੇ ਵੀ ਕਰਦੇ ਸੀ ਉਹ ਵੀ ਇੱਕ ਤਰ੍ਹਾਂ ਦੀ ਗੋਰੀਲਾ ਵਾਰਫੇਅਰ ਹੀ ਸੀ। ਉਹਨਾਂ ਦੀ ਸਡਨ ਅਟੈਕ ਹੀ ਹੁੰਦੇ ਸੀ ਉਹਨਾਂ ਦੇ। आपने बताया कि 90s में हाँ जी। यूथ बड़ा सेना में जाने के लिए हमेशा तैयार रहता था, तो आज के यूथ को आप किस तरह से देखते हैं? ਅੱਜ ਦੇ ਯੂਥ ਸਾਡੇ ਟਾਈਮ ਅਪਰਚੁਨਿਟੀਜ਼ ਘੱਟ ਸੀਗੀਆਂ, ਫੌਜ ਦਾ ਬੜਾ ਕਰੇਜ਼ ਸੀ। ਅੱਜ ਦੇ ਯੂਥ ਵਿੱਚ ਵੀ ਹੈਗਾ ਕਰੇਜ਼, ਬਟ ਕਿਉਂਕਿ ਅਪਰਚੁਨਿਟੀਜ਼ ਬਾਹਰ ਵੀ ਬਹੁਤ ਜ਼ਿਆਦੀਆਂ ਨੇ ਜਿਹੜੀਆਂ ਜ਼ਿਆਦਾ ਲਿਕੁਇਡੇਟਿਵ ਨੇ। ਦੇਸ਼ ਭਾਵਨਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਉਹ 'ਚ ਜਜ਼ਬੇ 'ਚ ਕਿਤੇ ਘਾਟ ਆਈ ਹੋਗੀ, ਜਜ਼ਬਾ ਤਾਂ ਅੱਜ ਵੀ ਯੂਥ 'ਚ ਉਨਾ ਹੀ ਹੈ, ਤੇ ਸਗੋਂ ਕਿਉਂਕਿ ਐਕਸਪੋਜ਼ਰ ਵੱਧ ਆ ਤੇ ਉਸ ਕਰਕੇ ਜਜ਼ਬਾ ਵੱਧ ਹੋਣਾ ਚਾਹੀਦਾ। ਪਰ ਕਿਉਂਕਿ ਉਹਨਾਂ ਕੋਲ ਅਪਰਚੁਨਿਟੀਜ਼ ਬਹੁਤ ਜ਼ਿਆਦਾ ਨੇ, ਇਸ ਕਰਕੇ ਉਹ ਜਿਹੜੀਆਂ ਲਿਕੁਇਡੇਟਿਵ ਅਪਰਚੁਨਿਟੀਜ਼ ਵੱਲ ਜ਼ਿਆਦਾ ਚਲੇ ਜਾਂਦੇ ਆ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਵੀ ਜਿਹੜੀਆਂ ਸਾਡੀਆਂ ਫੌਜ ਦੀ ਨੌਕਰੀ ਹੈ ਉਹ ਤਾਂ ਇੱਕ ਯੂਥ ਨੂੰ ਅਟਰੈਕਟ ਕਰਨ ਲਈ ਸਮਰੱਥ ਹੈ, ਬੀ ਇਟ ਫਾਈਨੈਂਸ਼ੀਅਲੀ ਇੰਨਾ ਸਾਊਂਡ ਬਣਾ ਦਿੰਦੀ ਆ ਜਾਂ ਇੰਨੇ ਮੌਕੇ ਮਿਲਦੇ ਆ ਫੌਜ ਦੇ ਵਿੱਚ ਜਾ ਕੇ। ਮੈਂ ਆਪਣੀ ਪਰਸਨਲ ਉਦਾਹਰਨ ਦੇਣਾ ਕਿ ਮੈਂ ਫੌਜ +2 ਕਰਕੇ ਗਏ ਸੀ, +2 ਤੋਂ ਬਾਅਦ ਫੌਜ ਦੇ ਵਿੱਚ ਹੀ BSc ਕੀਤੀ, ਫੌਜ ਦੇ ਵਿੱਚ ਹੀ ਮੈਂ MSc ਕੀਤੀ, ਫੌਜ ਦੇ ਮੈਨੂੰ ਇੰਟਰਪ੍ਰੇਟਰ ਬਣਾਇਆ ਭਾਸ਼ਾ ਇੰਡੋਨੇਸ਼ੀਆ ਦਾ, ਫ੍ਰੈਂਚ ਕਰਵਾਈ। ਉਸ ਤੋਂ ਬਾਅਦ ਮੈਂ PGDB HRM ਸਿੰਬੋਸਿਸ ਤੋਂ ਕੀਤੀ ਹੈ, ITM ਮਸੂਰੀ ਤੋਂ ਮੈਂ ਪਾਸ ਆਊਟ ਕੋਰਸ ਕੀਤੇ ਆ। ਸੋ ਇਹ ਇੰਨੀਆਂ ਅਪਰਚੁਨਿਟੀ ਜਿਹੜੀਆਂ ਫੌਜ ਹੀ ਦੇ ਸਕਦੀ ਹੈ, ਬਾਹਰ ਕਿਤੇ ਕਿਸੇ मान है अपनी फौज पे। ਆਪਣੀ ਫੌਜ ਪੂਰਾ ਮਾਣ ਹੈ। ਔਰ ਫੌਜ ਦੇ ਤੇ ਤਿੰਨਾਂ ਫੌਜ ਜਿਹੜੀਆਂ ਹੈਗੀਆਂ ਸੈਨਾਵਾਂ ਤੇ ਮਾਣ ਆ। ਨੇਵੀ ਤੇ ਖਾਸ ਕਰਕੇ ਕਿਉਂਕਿ ਮੈਂ ਉਹਦਾ ਇੱਕ ਹਿੱਸਾ ਰਿਹਾ, ਤੇ ਨੇਵੀ ਤੇ ਇਸ ਕਰਕੇ ਵੀ ਕਿਉਂਕਿ ਇੱਕ ਐਸੀ ਫੌਜ ਹੈ ਜਿਹਦੇ 'ਚ ਤੁਹਾਨੂੰ ਤਿੰਨਾਂ ਸੈਨਾਵਾਂ ਦਾ ਜਿਹੜਾ ਹੈਗਾ ਉਹਦੇ 'ਚ ਕੰਮ ਕਰਨ ਦਾ ਤਜਰਬਾ ਜਿਹੜਾ ਆ एक्सपीरियंस मिलता है। ये थे बलजिंदर सिंह जी, जिन्हें मान है अपनी फौज पे, और उन्होंने बताया कि जो नौसेना है वो किस तरह मुश्किलों का सामना कर देश की सेवा कर रहे हैं। इसी तरह देखते रहिए हमारा खास प्रोग्राम। जय हिंद।